माली दे इंटैलीजेंस हैडकुआटर स्टेट इंटैलीजेंस हैडकुआटर ते हमला होया है। ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸੀਐਮ ਰਿਹਾਇਸ਼ ਦੀਆਂ, ਜਿੱਥੇ ਡੀਜੀਪੀ ਪਹੁੰਚ ਚੁੱਕੇ ਨੇ। ਥੋੜੀ ਦੇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਸਮੇਤ ਵੱਡੇ ਅਧਿਕਾਰੀਆਂ ਦੇ ਨਾਲ ਬੈਠਕ ਕਰਨਗੇ। ਰਿਪੋਰਟ ਵੀ ਇਸ ਮਾਮਲੇ ਦੇ ਵਿੱਚ ਮੰਗੀ ਗਈ ਹੈ। ਕੀ ਕੁਝ ਹੁਣ ਤੱਕ ਸਾਹਮਣੇ ਆਇਆ ਹੈ, ਕੀ ਕੁਝ ਕਿਸ ਤਰੀਕੇ ਦੇ ਨਾਲ ਆਰਪੀਜੀ ਉੱਥੇ ਪਹੁੰਚਿਆ ਹੈ, ਇੰਟੈਲੀਜੈਂਸ ਨੂੰ ਲੈ ਕੇ ਕੀ ਜਾਣਕਾਰੀ ਸੀ, ਉਸ ਸਭ ਨੂੰ ਲੈ ਕੇ ਜਾਣਕਾਰੀ ਇਕੱਠੀ ਕੀਤੀ ਜਾਏਗੀ। ਇਸ ਮੀਟਿੰਗ ਦੇ ਵਿੱਚ ਰਣਨੀਤੀ ਵੀ ਤਿਆਰ ਕੀਤੀ ਜਾਏਗੀ। ग्राउंड जीरो तो साडे सहयोगी मनोज राठी जुड़े हुए ने, जिथे हमला होया इंटैलीजेंस हैडकुआटर तो। मनोज, इस वेले दियां की कुछ तस्वीरां, की कुछ होर जानकारी सामने आई है? देखो अर्शदीप, लगातार इन्वेस्टिगेशन जी की जा रही है, उहदे विच कई जिहड़े खुलासे हैं वो सामने आए हैं। पहली गल जिहड़ी हुण तक की जानकारी है कि जिहड़ा उस टाइम का जिहड़ा मोबाइल का डंप डाटा है वो पुलिस वालों लाया गया, करीब 7000 मोबाइल का डंप डाटा। क्योंकि ये जिहड़ी बिल्डिंग असीं खड़े हैं जिथे ये सारा इंसीडेंट होया, ਇਹਦੇ ਨੇੜੇ ਤੇੜੇ 3 ਮੋਬਾਈਲ ਟਾਵਰਸ ਨੇ। 3 ਮੋਬਾਈਲ ਟਾਵਰਸ ਤੇ ਜਿਹੜੇ ਕਰੀਬ 7000 ਦਾ ਜਿਹੜਾ ਮੋਬਾਈਲ ਡੰਪ ਡਾਟਾ ਹੈ ਉਹ ਚੁੱਕ ਕੇ ਹੁਣ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਸਸਪੈਕਟ ਹੈ ਕਿੰਨੀ ਦੇਰ ਜਿਹੜਾ ਮੋਬਾਈਲ ਤੋਂ ਇਹ ਡੰਪ ਡਾਟਾ ਤੋਂ ਲੱਗੂਗਾ ਪਤਾ ਕਿ ਕਿੰਨੀ ਦੇਰ ਤੋਂ ਕਿਹੜੇ ਪਰਸਨ ਜਿਹੜੇ ਹੈ ਉਹਨਾਂ ਦੀ ਗੱਲਬਾਤ ਹੋਈ ਹੈ, ਕਿੰਨੀ ਦੇਰ ਹੋ ਰਹੇ ਹੈ। ਇਹ ਸਾਰਾ ਹੁਣ ਟੈਕਨੀਕਲੀ ਜਿਹੜੀ ਹੈ ਟੈਕਨੀਕਲੀ ਉਹਦੇ ਤੇ ਤੌਰ ਤੇ ਪੁਲਿਸ ਵੀ ਕੰਮ ਕਰ ਰਹੀ ਹੈ। ਆਈਟੀ ਦੀ ਜਿਹੜੀ ਪੁਲਿਸ ਦੀ ਟੀਮ ਹੈ, ਸਾਈਬਰ ਦੀ ਜਿਹੜੀ ਪੁਲਿਸ ਦੀ ਟੀਮ ਹੈ, ਉਹ ਟੈਕਨੀਕਲ ਤੇ ਹੁਣ ਕੰਮ ਕਰਨਾ ਜਿਹੜਾ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਇਸ ਮੈਟਰ ਤੇ ਪੂਰੀ ਇਨਵੈਸਟੀਗੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਗਈ ਹੈ ਉਹ ਛਾਪੇਮਾਰੀ ਵੀ ਕਰ ਰਹੀ ਹੈ। ਇਹਦੇ ਨਾਲ ਜਿਹੜੀ ਸਾਈਬਰ ਸੈੱਲ ਦੀ ਜਿਹੜੀ ਟੀਮ ਹੈ ਉਹ ਵੀ ਇਹਦੇ ਵਿੱਚ ਕੰਮ ਕਰ ਰਹੀ ਹੈ। ਦੂਜੀ ਗੱਲ ਜੀ ਆਪਾਂ ਦੱਸ ਦਈਏ ਤੁਹਾਨੂੰ ਕਿ ਸਵਿਫਟ ਗੱਡੀ ਦਾ ਨਾਂ ਸਾਹਮਣੇ ਆ ਰਿਹਾ। ਜਿਹੜੇ ਸਾਡੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਸਵਿਫਟ ਗੱਡੀ 'ਚ ਕਈ ਜਿਹੜੇ 3 ਤੋਂ 4 ਬੰਦੇ ਹੋ ਸਕਦੇ ਨੇ ਜਿਹੜੇ ਗੇੜੀਆਂ ਮਾਰਦੇ ਦਿਖਾਈ ਦੇ ਰਹੇ ਨੇ। ਜਿਹੜੀ ਪੁਲਿਸ ਨੂੰ ਸੀਸੀਟੀਵੀ ਜਿਹੜੀ ਹੈਗੀ ਮਿਲੀ ਹੈ। ਹਾਲਾਂਕਿ ਸੀਸੀਟੀਵੀ ਫੁਟੇਜ ਮੀਡੀਆ ਨੂੰ ਨਹੀਂ ਪ੍ਰੋਵਾਈਡ ਕੀਤੀ ਗਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ, ਸੀਕ੍ਰੇਟ ਪਾਰਟ ਹੈ, ਕਿਉਂਕਿ ਇਹ ਇਸ਼ੂ ਛੋਟਾ ਨਹੀਂ ਹੈ। ਅਰਸ਼ਦੀਪ, ਇਹ ਸਮਝਣ ਵਾਲੀ ਗੱਲ ਹੈ ਕਿ ਇਸ਼ੂ ਬਹੁਤ ਵੱਡਾ ਹੈ ਕਿ ਪੂਰੇ ਪੰਜਾਬ ਦਾ ਜਿਹੜਾ ਸਟੇਟ ਇੰਟੈਲੀਜੈਂਸ ਦਫ਼ਤਰ ਜਿੱਥੇ ਇਹ ਸਾਰੀ ਚੀਜ਼ਾਂ ਹੁੰਦੀਆਂ, ਜਿਹੜੀ ਪੂਰੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ, ਏਡੀਜੀਪੀ ਆਈਜੀ ਲੈਵਲ ਦੇ ਜਿਹੜੇ ਇੱਥੇ ਅਫਸਰ ਬੈਠਦੇ ਨੇ, ਚਾਹੇ ਉਹ ਗੈਂਗਸਟਰ ਦੀ ਪੂਰੀ ਰਣਨੀਤੀ ਤਿਆਰ ਹੋਵੇ ਜਾਂ ਫਿਰ ਟੈਰਰਿਸਟ ਗਤੀਵਿਧੀਆਂ ਨੂੰ ਲੈ ਕੇ ਜਿਹੜੀ ਸਾਰੀ ਜਿਹੜੀ ਰਣਨੀਤੀ ਤਿਆਰ ਹੋਵੇ, ਇਹ ਸਾਰੀ ਬਿਲਡਿੰਗ ਇਸੀ ਬਿਲਡਿੰਗ 'ਚ ਹੁੰਦੀ ਹੈ। ਜਿਹੜੀ ਵੀ ਮੀਟਿੰਗਸ ਹੁੰਦੀ ਹੈ, ਕੌਨਫੀਡੈਂਸ਼ੀਅਲ ਜਿਹੜੀ ਮੀਟਿੰਗ ਹੁੰਦੀ ਹੈ, ਉਹ ਸਾਰੀ ਇਸੀ ਜਿਹੜੇ ਸਟੇਟ ਇੰਟੈਲੀਜੈਂਸ ਦਫ਼ਤਰ 'ਚ ਹੁੰਦੀ ਹੈ। ਤੇ ਇਹਦੇ ਵਿੱਚ ਬਲਾਸਟ ਹੋਣਾ, ਇਹਦੇ ਵਿੱਚ ਟਾਰਗੇਟ ਕਰਨਾ ਇੱਕ ਬਹੁਤ ਵੱਡੀ ਗੱਲ ਹੈ, ਇੱਕ ਕੁਐਸਚਨ ਮਾਰਕ ਹੈ ਤੇ ਇੱਕ ਚੈਲੰਜ ਜਿਹੜਾ ਹੈ ਪੁਲਿਸ ਨੂੰ ਹੈਗਾ। ਹਾਲਾਂਕਿ ਪਹਿਲਾਂ ਅਸੀਂ ਸੁਣਦੇ ਸੀ ਕਿ ਬਾਰਡਰ ਏਰੀਆ ਤੇ ਗ੍ਰੇਨੇਡ ਹੋ ਗਿਆ, ਗ੍ਰੇਨੇਡ ਹਮਲਾ ਹੋ ਗਿਆ, ਬਲਾਸਟ ਹੋ ਗਿਆ, ਲੇਕਿਨ ਹੁਣ ਮੋਹਾਲੀ ਜ਼ਿਲ੍ਹੇ 'ਚ ਅਸੀਂ ਗੱਲ ਕਰੀਏ ਇੱਕ ਸ਼ਹਿਰ ਦੇ ਅੰਦਰ ਇਸ ਤਰ੍ਹਾਂ ਦੀ ਚੀਜ਼ਾਂ ਹੋਣਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ ਤੇ ਪੁਲਿਸ ਨੇ ਵਾਸਤੇ ਇੱਕ ਚੈਲੰਜ ਦੀ ਜਿਹੜੀ ਆਪਾਂ ਗੱਲ ਕਰ ਸਕਦੇ, ਕਿਉਂਕਿ ਪੂਰਾ ਟ੍ਰਾਈ ਸਟੇਟ ਏਰੀਆ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਿੱਥੇ ਇਹ ਸਟੇਟ ਇੰਟੈਲੀਜੈਂਸ ਦਫ਼ਤਰ ਹੈ ਉਹ ਸੈਂਟਰ 'ਚ ਮੌਜੂਦ ਹੈ। ਐਸਐਸਪੀ ਆਫਿਸ, ਡੀਸੀ ਆਫਿਸ, ਕੋਰਟ ਕੰਪਲੈਕਸ ਸਾਰਾ ਬਿਲਕੁਲ ਨੇੜੇ ਹੈ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਵੀ ਰਿਹਾਇਸ਼ੀ ਏਰੀਆ ਹੈ ਜਾਂ ਫਿਰ ਆਪਣਾ ਜਿਹੜਾ ਮੇਨ ਦਫ਼ਤਰ ਨੇ ਉਹ ਸਾਰੇ ਇੱਥੇ ਹੀ ਨੇ। ਤਾਂ ਕਿਤੇ ਨਾ ਕਿਤੇ ਹੁਣ ਸਵਾਲ ਇਹਦੇ ਵਿੱਚ ਕਈ ਖੜਦੇ ਨੇ ਕਿ ਆਖਿਰ ਇਹ ਸਾਰੀ ਜਿਹੜੀ ਰਣਨੀਤੀ ਹੈ ਉਹ ਕਿਹਨੇ ਤਿਆਰ ਕੀਤੀ, ਇਹਦਾ ਮਾਸਟਰਮਾਈਂਡ ਕੌਣ ਹੈ, ਇਹਦਾ ਜਿਹੜਾ ਕਰਤਾ ਧਰਤਾ ਕਿਹੜਾ ਹੈ, ਇਹ ਰੈਕੀ ਜਿਹੜੀ ਹੋਈ ਹੈ ਕਿੰਨੇ ਕੀਤੀ, ਕਿੰਨੇ ਦਿਨਾਂ ਤੋਂ ਇਹ ਸਾਰੀ ਰਣਨੀਤੀ ਤਿਆਰ ਹੋ ਰਹੀ ਸੀ, ਕਿੰਨੇ ਦਿਨਾਂ ਤੋਂ ਸਾਰੀ ਰੈਕੀ ਜਿਹੜੀ ਉਹ ਕੀਤੀ ਜਾ ਰਹੀ ਸੀ। ਇਹ ਸਾਰੇ ਕੁਐਸਚਨਸ ਨੇ ਜਿਨ੍ਹਾਂ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਕਰ ਚੁੱਕੀ ਹੈ। ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਸਾਡੇ ਸੋਰਸਿਸ ਵੀ ਦੱਸ ਰਹੇ ਨੇ ਕਿ 3 ਦਿਨ ਪਹਿਲਾਂ ਹੀ ਇੱਥੇ ਸੁਮੇਸ਼ ਸਿੰਘ ਸੈਣੀ ਦਾ ਕੇਸ ਵੀ ਇੰਟੈਲੀਜੈਂਸ ਦੇ ਦਫ਼ਤਰ ਇਸੀ ਦਫ਼ਤਰ 'ਚ ਸ਼ਿਫਟ ਹੋਇਆ, ਜਿਹਦੇ ਵਿੱਚ ਜਿਹੜੇ ਏਡੀਜੀਪੀ ਇੰਟੈਲੀਜੈਂਸ ਨੇ ਹੋਰ ਜਿਹੜੇ ਅਧਿਕਾਰੀ ਨੇ ਉਹ ਸੁਮੇਸ਼ ਸਿੰਘ ਸੈਣੀ ਦਾ ਕੇਸ ਵੀ ਇੱਥੇ ਜਿਹੜਾ ਹੈਗਾ ਉਹ ਚੈੱਕ ਕਰ ਰਹੇ ਨੇ। ਸੁਮੇਸ਼ ਸਿੰਘ ਸੈਣੀ ਨੂੰ ਇੱਥੇ ਬੁਲਾਇਆ ਵੀ ਸੀਗਾ 2-3 ਦਿਨ ਪਹਿਲਾਂ। ਇੱਥੇ ਇਨਵੈਸਟੀਗੇਸ਼ਨ ਵੀ ਉਹਨਾਂ ਦੇ ਹੋਈ ਹੈ ਕਿਉਂਕਿ FIR ਨੰਬਰ 11, FIR ਨੰਬਰ 13 ਜਿਹੜੀ ਹੁਣ ਤੱਕ ਦੀ ਜਾਣਕਾਰੀ, ਯਾਨੀ ਕਿ ਜਿਹੜੇ ਵੱਡੇ ਮੈਟਰਸ ਨੇ, ਜਿਹੜੇ ਹਾਈ ਪ੍ਰੋਫਾਈਲ ਜਿਹੜੇ ਮੈਟਰਸ ਨੇ ਉਹ ਇੱਥੇ ਜਿਹੜੇ ਆਫੀਸਰਸ ਬੈਠਦੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਇਸੀ ਆਫਿਸ 'ਚ ਹੁੰਦੀ ਹੈ। ਯਾਨੀ ਕਹਿ ਸਕਦੇ ਕਿ ਆਪਣੇ ਆਪ 'ਚ ਇੱਕ ਅਹਿਮ ਇਹ ਇੰਪੋਰਟੈਂਟ ਆਫਿਸ ਹੈ ਪੰਜਾਬ ਦਾ, ਇੱਕ ਬਹੁਤ ਇੰਪੋਰਟੈਂਟ ਜਿੱਥੇ ਵੱਡੇ ਜਿਹੜੇ ਕੇਸਿਸ ਨੇ, ਚਾਹੇ ਉਹ ਟੈਰਰਿਸਟ ਐਕਟੀਵਿਟੀਜ਼ ਨੂੰ ਲੈ ਕੇ ਹੋਵੇ, ਚਾਹੇ ਉਹ ਗੈਂਗਸਟਰਸ ਦੀ ਐਕਟੀਵਿਟੀਜ਼ ਨੂੰ ਲੈ ਕੇ ਹੋ ਕੇ, ਚਾਹੇ ਓਕੂ ਦੀ ਜਿਹੜੀ ਟੀਮ ਹੈ, ਓਕੂ ਦੇ ਜਿਹੜੇ ਆਫੀਸਰਸ ਨੇ ਉਹ ਵੀ ਇਸੀ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਬੈਠਦੇ ਨੇ। ਯਾਨੀ ਕਿ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਨੇ ਕਿ ਬਹੁਤ ਇੰਪੋਰਟੈਂਟ ਇਹ ਸੈਂਟਰ ਹੋ ਜਾਂਦਾ ਹੈ, ਪੁਲਿਸ ਦਾ ਜਿਹੜਾ ਇੰਪੋਰਟੈਂਟ ਪਲੇਸ ਹੋ ਜਾਂਦਾ ਨੇ ਜਿੱਥੇ ਵੀ ਜਿਹੜੀ ਟੀਮਾਂ ਬਣਾਈ ਗਈ ਹੈ। ਇਹਦੇ ਵਿੱਚ ਬਲਾਸਟ ਹੋਣਾ ਇੱਕ ਬਹੁਤ ਵੱਡੀ ਗੱਲ ਹੈ, ਉਹ ਵੀ ਟਾਰਗੇਟ ਕਰਕੇ। ਟਾਰਗੇਟ ਜਿਹੜਾ ਹੈ, ਜਿਹਦਾ ਆਰਪੀਜੀ ਦੀ ਅਸੀਂ ਗੱਲ ਕਰ ਲਈਏ, ਰੌਕਟ ਪ੍ਰੋਪੈਲ ਜਿਹੜਾ ਗ੍ਰੇਨੇਡ ਹੈ ਉਹ ਕਿਤੇ ਜ਼ਿਆਦਾਤਰ ਜਿਹੜਾ ਹੈਗਾ ਉਹ ਨਹੀਂ ਪਾਇਆ ਜਾਂਦਾ। ਜਿੱਦਾਂ ਆਪਾਂ ਸਟੱਡੀ ਵੀ ਕੀਤੀ ਹੈ ਕਿ ਅਫਗਾਨਿਸਤਾਨ ਦੇ ਉਸ ਸਾਈਡ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਉਹ ਮਿਲਦੀਆਂ, ਜਾਂ ਫਿਰ ਬਾਰਡਰ ਏਰੀਆ ਦੀ ਅਸੀਂ ਗੱਲ ਕਰੀਏ ਇੱਥੇ ਕਿਸ ਤਰ੍ਹਾਂ ਆਇਆ, ਜਿਹੜੀ ਰੈਕੀ ਵੀ ਕੀਤੀ ਹੈ ਜਾਂ ਕਿਸੇ ਨੇ ਇਹ ਬਲਾਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਇੰਟੈਂਸ਼ਨ ਸੀਗੀ, ਆਖਿਰ ਉਹਨਾਂ ਦੀ ਮਨਸ਼ਾ ਕੀ ਹੈ, ਦਹਿਸ਼ਤ ਫੈਲਾਣਾ ਜਾਂ ਫਿਰ ਕਿਸ ਤਰ੍ਹਾਂ ਦੀ। ਕਿਉਂਕਿ ਬੈਕਗਰਾਉਂਡ ਤੇ ਆਪਾਂ ਚਲੀਏ ਅਰਸ਼ਦੀਪ,
ਬੈਕਗ੍ਰਾਉਂਡ ਤੇ ਚਲੇ ਜਾਈਏ 10 ਤੇ 15 ਦਿਨ ਦੀ ਜੀ ਐਕਟੀਵਿਟੀ ਦੇਖੀਏ ਤਾਂ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕੀਤੀ ਗਈ ਹੈ, ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤਰਨਤਾਰਨ ਦਾ ਇਸ਼ੂ ਤੁਸੀਂ ਦੇਖ ਲਓ, ਕਰਨਾਲ 'ਚ ਜਿਹੜੇ ਆਤੰਕਵਾਦੀ ਫੜੇ ਗਏ ਨੇ ਉਹਨਾਂ ਦਾ ਇਸ਼ੂ ਤੁਸੀਂ ਵੇਖ ਲਓ, ਬੜੈਲ ਜੇਲ੍ਹ 'ਚ ਜਿਹੜਾ ਡੈਟੋਨੇਟਰ ਕੋਡੈਕਸ ਦੀ ਵਾਇਰਸ ਮਿਲੀ ਹੈ ਉਹਦਾ ਤੁਸੀਂ ਇਸ਼ੂ ਦੇਖ ਲਓ। ਤਾਂ ਕਿਤੇ ਨਾ ਕਿਤੇ ਇਹ ਸਾਰੇ ਜਿਹੜੇ ਲਿੰਕ ਅਸੀਂ ਕਰਕੇ ਦੇਖੀਏ ਤਾਂ ਮਾਹੌਲ ਜਿਹੜਾ ਹੈ ਖਰਾਬ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਤੇ ਹੁਣ ਇਹ ਵੱਡਾ ਇਨਸੀਡੈਂਟ ਜਿਹੜਾ ਹੋਇਆ, ਹਾਲਾਂਕਿ ਇਹਦੇ ਵਿੱਚ ਹਜੇ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ, ਛਾਪੇਮਾਰੀ ਜ਼ਰੂਰ ਕੀਤੀ ਜਾ ਰਹੀ ਹੈ, ਮਾਮਲਾ ਦਰਜ ਹੋ ਗਿਆ, ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਆईटी ਟੀਮ ਆਪਣਾ ਕੰਮ ਕਰ ਰਹੀ ਹੈ, ਸਾਈਬਰ ਸੈੱਲ ਆਪਣਾ ਕੰਮ ਕਰ ਰਹੀ ਹੈ, मोबाइल डंप डाटा ਜਿਹੜਾ ਹੈ ਉਹ ਰਿਕਵਰ ਕਰਕੇ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਚੁੱਕੀ ਹੈ। ਲੇਕਿਨ ਹਜੇ ਤੱਕ ਪੁਲਿਸ ਦੇ ਹੱਥ ਖਾਲੀ ਹੈ। ਇਹ ਬਹੁਤ ਵੱਡਾ ਸਵਾਲ ਹੈ ਕਿ ਆਖਿਰ ਕੱਲ ਸ਼ਾਮ ਦੇ 8 ਵਜੇ ਤੋਂ ਲੈ ਕੇ ਹੁਣ ਤੱਕ ਜੇ ਆਪਾਂ ਗੱਲ ਕਰੀਏ ਅਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ। ਪੁਲਿਸ ਹਾਲਾਂਕਿ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਹ ਜਿਹੜਾ ਵੀ ਦਹਿਸ਼ਤਗਰਦ ਤਲਾਸ਼ੀ ਵੀ ਕੀਤੀ ਜਾ ਰਹੀ ਹੈ। ਬਿਲਕੁਲ ਜਿਹੜੇ ਵੀ ਆਸ-ਪਾਸ ਦੇ ਜਿਹੜੇ ਏਰੀਏ ਨੇ ਹਰਦੀਪ ਉਹਦੇ ਵਿੱਚ ਸਾਰੀ ਜਿਹੜੀ ਹੈ ਕਿ ਸਰਚ ਆਪਰੇਸ਼ਨ ਰਾਤ ਨੂੰ ਹੀ ਕੀਤੀ ਗਈ ਸੀ। ਪੂਰੀ ਰਾਤ ਨੂੰ ਜਿਹੜਾ ਵੀ ਏਰੀਆ ਹੈ, ਕਿਉਂਕਿ ਆਸ-ਪਾਸ ਦੀ ਆਪਾਂ ਗੱਲ ਕਰੀਏ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਬਿਲਕੁਲ ਬੈਕ ਸਾਈਡ ਤੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਹੈ, ਉਹਦੇ ਬਿਲਕੁਲ ਨਾਲ ਹੀ ਗੋਲਡਨ ਪਬਲਿਕ ਸਕੂਲ ਹੈ ਜਿਹੜਾ 12th ਸਟੈਂਡਰਡ ਤੱਕ ਇਹ ਸਕੂਲ ਹੈ, ਉਹਨੂੰ ਵੀ ਪੂਰਾ ਜਿਹੜਾ ਹੈਗਾ ਰੈਕੀ ਕੀਤਾ ਗਿਆ ਸੀਗਾ। ਸਰਚ ਅਭਿਆਨ ਜਿਹੜਾ ਹੈਗਾ ਪੁਲਿਸ ਵੱਲੋਂ ਕੀਤਾ ਗਿਆ। ਹਾਲਾਂਕਿ ਹੁਣ ਉਹਨਾਂ ਦੀ ਮੋਡਸ ਆਪਰੈਂਡੀ ਕੀ ਸੀ, ਕਿੰਨੀ ਦੇਰ, ਕਿਉਂਕਿ ਇਹ ਜਿਹੜਾ ਟਾਰਗੇਟ ਹੋਇਆ ਹੈ, ਇਹ ਆਰਪੀਜੀ ਜਿਹੜਾ ਯੂਜ਼ ਹੋਇਆ, ਇਹ ਚਲਦੇ ਨਹੀਂ ਹੋ ਸਕਦਾ। ਇਹ ਵੀ ਹੁਣ ਸਮਝਣ ਦੀ ਲੋੜ ਹੈ, ਇਹ ਚਲਦੇ ਨਹੀਂ ਹੋ ਸਕਦਾ। ਯਾਨੀ ਕਿ ਜਿਹੜੇ ਵੀ ਉਹ ਦਹਿਸ਼ਤਗਰਦ ਸੀਗੇ ਉਹਨਾਂ ਨੇ ਪੂਰੀ ਰੈਕੀ ਕੀਤੀ। ਰੈਕੀ ਕਰਨ ਤੋਂ ਬਾਅਦ ਉਹਨਾਂ ਨੇ ਖੜ ਕੇ ਇੱਕ ਥਾਂ ਤੇ ਜਿੱਥੇ ਵੀ ਉਹਨਾਂ ਨੇ ਟਾਰਗੇਟ ਕਰਨਾ ਸੀਗਾ, ਇੱਥੇ ਖੜ ਕੇ ਉਹਨਾਂ ਨੇ ਉਸ ਟਾਰਗੇਟ ਕੀਤਾ ਤੇ ਉਹ ਆਰਪੀਜੀ ਜਿਹੜਾ ਯੂਜ਼ ਕਰਕੇ ਉੱਥੋਂ ਉਹਨੂੰ ਟਾਰਗੇਟ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਲੇਕਿਨ ਹਜੇ ਤੱਕ ਪੁਲਿਸ ਦੇ ਹੱਥ ਜ਼ਰੂਰ ਖਾਲੀ ਨੇ। ਲੇਕਿਨ ਪੁਲਿਸ ਦੇ ਆਫੀਸਰਸ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਲਦ ਇਸ ਪੂਰੇ ਮਾਮਲੇ 'ਚ ਜਿਹੜੀ ਹੈਗੀ ਗ੍ਰਿਫਤਾਰੀ ਹੋਏਗੀ। ਹਾਲਾਂਕਿ ਸੀਐਮ ਨਾਲ ਡੀਜੀਪੀ ਉੱਥੇ ਪਹੁੰਚ ਚੁੱਕੇ ਨੇ, ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਤੇ ਹੋਰ ਵੀ ਜਿਹੜੇ ਅਫਸਰ ਨੇ ਉਹ ਸੀਐਮ ਦੇ ਨਾਲ ਮੀਟਿੰਗ ਕਰਨ, ਇਸੇ ਮੁੱਦੇ ਤੇ ਮੀਟਿੰਗ ਹੋਣ ਵਾਲੀ ਹੈ। ਕਿਉਂਕਿ ਕੱਲ ਵੀ ਸੀਐਮ ਨੇ ਇਹਦੀ ਪੂਰੀ ਜਾਂਚ ਦਾ ਜਿਹੜੀ ਰਿਪੋਰਟ ਮੰਗੀ ਸੀ, ਡੀਜੀਪੀ ਵੱਲੋਂ ਵੀ ਜਿਹੜੇ ਆਰਡਰਸ ਦਿੱਤੇ ਗਏ ਸੀ ਕਿ ਇਹਦੀ ਪੂਰੀ ਜਾਂਚ ਜਿਹੜੀ ਹੈ ਹਾਈ ਲੈਵਲ ਦੀ ਜਿਹੜੀ ਇਨਵੈਸਟੀਗੇਸ਼ਨ ਇਹਦੇ ਵਿੱਚ ਹੋ ਰਹੀ ਹੈ। ਤੇ ਹੁਣ ਜਿਹੜੀ ਮੀਟਿੰਗ ਬੁਲਾਈ ਗਈ ਹੈ, ਜਿਹੜੀ ਮੀਟਿੰਗ ਜਿਹੜੀ ਸੱਦੀ ਗਈ ਹੈ ਸੀਐਮ ਵੱਲੋਂ, ਉਹਦੇ ਵਿੱਚ ਸਾਰੇ ਵੱਡੇ ਅਫਸਰ ਨੇ, ਡੀਜੀਪੀ ਤੇ ਨਾਲ ਹੋਰ ਏਡੀਜੀਪੀ, ਹੋਰ ਜਿਹੜੇ ਇੰਟੈਲੀਜੈਂਸ ਦੇ ਆਫੀਸਰ, ਜਿਹੜੇ ਸਾਈਬਰ ਦੇ ਆਫੀਸਰ, ਹੋਰ ਜਿਹੜੇ ਐਂਟੀ ਗੈਂਗਸਟਰ ਟੀਮ ਦੇ ਜਿਹੜੇ ਆਫੀਸਰ ਨੇ, ਸਾਰੇ ਨੂੰ ਸੱਦਿਆ ਗਿਆ ਹੈ ਤੇ ਪੂਰੀ ਇਹਦੀ ਜਿਹੜਾ ਵੀ ਇਨਸੀਡੈਂਟ ਹੋਇਆ, ਜਿਹੜੀ ਵੀ ਚੀਜ਼ਾਂ ਹੋਇਆ ਉਹਨੂੰ ਲੈ ਕੇ ਪੂਰਾ ਜਿਹੜਾ ਰਿਪੋਰਟ ਜਿਹੜੀ ਹੈ ਸੀਐਮ ਵੱਲੋਂ ਮੰਗੀ ਗਈ ਹੈ ਤੇ ਡੀਜੀਪੀ ਵੱਲੋਂ ਹੁਣ ਸਾਰੀ ਜਿਹੜੀ ਹੈ ਇਨਫੋਰਮੇਸ਼ਨ ਦਿੱਤੀ ਜਾਊਗੀ ਕਿ ਕਿਹੜੀ ਚੀਜ਼ਾਂ ਹੋਈ ਹੈ, ਰਾਤ ਨੂੰ 8 ਵਜੇ ਕਿਸ ਤਰ੍ਹਾਂ ਦੀ ਚੀਜ਼ਾਂ ਹੋਈ ਨੇ, ਕਿਹੜੀ ਡੈਮੇਜ ਚੀਜ਼ਾਂ ਹੋਈਆਂ ਨੇ, ਕਿਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਲੇਕਿਨ ਇਹਦੇ ਵਿੱਚ ਕਿਸ ਤਰ੍ਹਾਂ ਦੀ ਕਿਹਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ, ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਡੀਜੀਪੀ ਵੱਲੋਂ ਦਿੱਤੀ ਜਾਏਗੀ ਸੀਐਮ ਨੂੰ। ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਇਹ ਦੇਖਣਾ ਹੋਵੇਗਾ। ਲੇਕਿਨ ਹਜੇ ਤੱਕ ਇਸ ਪੂਰੇ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਹਰਦੀਪ ਜੀ ਬਿਲਕੁਲ ਇੱਕ ਵੱਡਾ ਹਮਲਾ ਹੋਇਆ ਹੈ ਮੋਹਾਲੀ ਦੇ ਦਫ਼ਤਰ ਦੇ ਉੱਤੇ। ਇਹ ਸਟੇਟ ਇੰਟੈਲੀਜੈਂਸ ਦਫ਼ਤਰ ਹੈ ਜਿੱਥੇ ਹੈੱਡਕੁਆਟਰ ਹੈ, ਜਿੱਥੇ ਹਮਲਾ ਹੋਇਆ ਹੈ। ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ, ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਅਜੇ ਸਵਾਲ ਬਣੇ ਹੋਏ ਨੇ। ਡੀਜੀਪੀ ਦੀ ਮੀਟਿੰਗ ਵੀ ਲੈ ਰਹੇ ਨੇ ਸੀਐਮ ਭਗਵੰਤ ਮਾਨ। ਥੋੜੀ ਦੇਰ ਦੇ ਵਿੱਚ ਡੀਜੀਪੀ ਸਮੇਤ ਵੱਡੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਏਗੀ। ਡੀਜੀਪੀ ਪਹੁੰਚ ਚੁੱਕੇ ਨੇ ਸੀਐਮ ਰਿਹਾਇਸ਼ ਤੇ। ਮੋਹਾਲੀ ਤੋਂ ਸਾਡੇ ਸਹਿਯੋਗੀ ਮਨੋਜ ਰਾਠੀ ਲਗਾਤਾਰ ਜਾਣਕਾਰੀ ਦੇ ਰਹੇ ਨੇ, ਗਰਾਊਂਡ ਜ਼ੀਰੋ ਤੇ ਮੌਜੂਦ ਨੇ। ਮਨੋਜ, ਕੀ ਕੁਝ ਹੋਰ ਜਾਣਕਾਰੀ, ਕੋਈ ਹੋਰ ਖੁਲਾਸਾ ਇਸ ਮਾਮਲੇ ਦੇ ਵਿੱਚ ਹੋ ਰਿਹਾ ਹੈ? ਕਿਉਂਕਿ ਸੀਸੀਟੀਵੀ ਫੁਟੇਜ ਵੀ ਖੰਗਾਲੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਕੋਈ ਸ਼ਖਸ ਇੱਥੇ ਪਹੁੰਚ ਸਕਦੇ ਨੇ। ਆਰਪੀਜੀ ਇੱਥੇ ਪਹੁੰਚਣਾ ਬਹੁਤ ਵੱਡੇ ਸਵਾਲ ਨੇ। ਅਸਲੀ ਬਿਲਕੁਲ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਰਪੀਜੀ ਇੱਥੇ ਤੱਕ ਪਹੁੰਚਣਾ ਇੱਕ ਬਹੁਤ ਵੱਡਾ ਕੁਐਸਚਨ ਹੈ। ਕੁਐਸਚਨ ਮਾਰਕ ਇਸ ਕਰਕੇ ਹੈ ਕਿਉਂਕਿ ਜਿਹੜਾ ਵੀ ਆਰਪੀਜੀ ਜਿਹਦੀ ਫੋਟੋਆਂ ਵੀ ਅਸੀਂ ਦਿਖਾ ਰਹੇ ਨੇ, ਜਿਹੜੇ ਇਸ ਬਿਲਡਿੰਗ 'ਚ ਜਾ ਕੇ ਗਿਰਿਆ, ਪੂਰੇ 3rd ਫਲੋਰ ਤੇ ਇਹ ਗਿਰ ਕੇ ਇੱਕ ਰੂਮ ਦੇ ਵਿੱਚ ਬਿਲਕੁਲ ਗਿਰਦਾ ਹੈ। ਟੇਬਲ ਦੇ ਸਾਰੇ ਸ਼ੀਸ਼ੇ ਜਿਹੜੇ ਆ ਉਹ ਬ੍ਰੇਕ ਹੁੰਦੇ ਆ। ਕੁਐਸਚਨਸ ਕਈ ਨੇ। ਇੰਟੈਂਸ਼ਨ ਕੀ ਸੀ, ਜਿਹੜੇ ਵੀ ਦਹਿਸ਼ਤਗਰਦ ਨੇ ਉਹਨਾਂ ਦੀ ਇੰਟੈਂਸ਼ਨ ਕੀ ਸੀ? ਦਹਿਸ਼ਤ ਜਿਹੜੀ ਹੈ ਉਹ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਟਾਰਗੇਟ ਉਹਨਾਂ ਦਾ ਸੀਗਾ? ਆਖਿਰ ਸਟੇਟ ਇੰਟੈਲੀਜੈਂਸ ਦਾ ਦਫ਼ਤਰ ਹੀ ਕਿਉਂ ਨਿਸ਼ਾਨੇ ਤੇ ਸੀ, ਯਾਨੀ ਕਿ ਪੁਆਇੰਟ ਆਊਟ ਕਿਉਂ ਕੀਤਾ ਗਿਆ? ਇੱਥੇ ਸਾਰੇ ਅਫਸਰ ਬੈਠਦੇ ਨੇ। ਕੋਈ ਇੰਟੈਲੀਜੈਂਸ ਇਨਪੁਟ ਸੀ ਕਿ ਅਜਿਹੀ ਕੋਈ ਕਾਰਵਾਈ ਹੋ ਸਕਦੀ ਹੈ ਜਾਂ ਫਿਰ ਮੋਹਾਲੀ ਦੇ ਵਿੱਚ ਅਜਿਹੀ ਕੋਈ ਕਾਰਵਾਈ ਹੋ ਸਕਦੀ ਹੈ? ਕੀ ਕੋਈ ਇੰਟੈਲੀਜੈਂਸ ਇਨਪੁਟ ਸੀ ਇਸ ਨੂੰ ਲੈ ਕੇ? ਦੇਖੋ, ਇੰਟੈਲੀਜੈਂਸ ਇਨਪੁਟ ਤਾਂ ਇਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਰਾ ਜਿਹੜਾ ਇਹ ਆਤੰਕੀ ਸਾਜ਼ਿਸ਼ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਬੜਾ ਕਲੀਅਰ ਹੈ ਕਿਉਂਕਿ ਜਿਹੜਾ ਬਿਆਨ ਵੀ ਆਇਆ ਸੀਗਾ, ਪੁਲਿਸ ਦਾ ਵੀ ਬਿਆਨ ਆਇਆ ਸੀਗਾ ਕਿ ਹਾਲਾਂਕਿ ਜਾਨ ਮਾਲ ਦਾ ਨੁਕਸਾਨ ਇਹਦੇ ਵਿੱਚ ਨਹੀਂ ਹੋਇਆ, ਇਹ ਰਾਹਤ ਦੀ ਗੱਲ ਹੈ। ਲੇਕਿਨ ਜਿਹੜੀ ਇੰਟੈਂਸ਼ਨ ਹੈ ਆਤੰਕੀ ਸਾਜ਼ਿਸ਼ ਦੀ, ਇਹਦੇ ਵਿੱਚ ਕਿਤੇ ਨਾ ਕਿਤੇ ਇਨਵੋਲਵਮੈਂਟ ਜ਼ਰੂਰ ਸਾਹਮਣੇ ਆ ਰਹੀ ਹੈ, ਜਿਹਨੂੰ ਲੈ ਕੇ ਹੁਣ ਇੰਟੈਲੀਜੈਂਸ ਜਿਹੜੇ ਆਈਬੀ ਦੇ ਆਫੀਸਰਸ ਨੇ ਜਾਂ ਫਿਰ ਖੂਫੀਆ ਜਿਹੜੀ ਏਜੰਸੀਜ਼ ਨੇ ਉਹਨਾਂ ਵੱਲੋਂ ਹੁਣ ਜਾਂਚ ਸ਼ੁਰੂ ਹੋ ਚੁੱਕੀ ਹੈ। ਕਿਉਂਕਿ ਇੱਥੇ ਆਣਾ
ਪਹਿਲਾਂ ਰੈਕੀ ਕਰਨਾ, ਉਸ ਤੋਂ ਬਾਅਦ ਟਾਰਗੇਟ ਕਰਨਾ, ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇ ਕੇ, ਕਿਉਂਕਿ ਇਹ ਸੈਕਿੰਡਾਂ ਦਾ ਕੰਮ ਨਹੀਂ ਹੈ, ਇਹਦੇ ਵਿੱਚ ਕਿਤੇ ਨਾ ਕਿਤੇ ਟਾਈਮ ਜਿਹੜਾ ਹੈ ਉਹ ਲੱਗਿਆ ਹੋਣਾ, ਯਾਨੀ ਕਿ ਪੂਰਾ ਟਾਈਮ ਜਿਹੜਾ ਲੱਗਿਆ ਹੈ, ਯਾਨੀ ਕਿ ਪਹਿਲਾਂ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੇ ਪੂਰੀ ਰੈਕੀ ਕੀਤੀ ਹੈ, ਪੂਰੇ ਏਰੀਆ ਦੀ ਰੈਕੀ ਕੀਤੀ ਹੈ, ਕਿੰਨੇ ਟਾਈਮ 'ਚ ਕਿਹੜੇ ਅਫਸਰ ਆਉਂਦੇ ਨੇ, ਕਿੰਨੇ ਕੁ ਵਜੇ ਛੁੱਟੀ ਹੁੰਦੀ ਹੈ, ਕਿਹੜੇ ਅਫਸਰ ਇੱਥੇ ਬੈਠਦੇ ਨੇ, ਕਿੰਨੀ ਦੇਰ ਤੱਕ ਇੱਥੇ ਬੈਠਦੇ ਨੇ, ਇਹ ਸਾਰੀ ਚੀਜ਼ਾਂ ਰੈਕੀ ਕਰਨ ਤੋਂ ਬਾਅਦ ਜਿਹੜਾ ਕੱਲ ਦਾ ਸ਼ਾਮ ਦਾ ਜਿਹੜਾ ਕਰੀਬ 8 ਵਜੇ ਦਾ ਸਮਾਂ ਜਿਹੜਾ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਣਾ, ਇਹਦੇ ਵਿੱਚ ਕਈ ਚੀਜ਼ਾਂ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿਹਦੀ ਹੁਣ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ। ਅਸ਼ਦੀਪ ਜੀ ਮਨੋਜ, ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ। ਇੰਟੈਲੀਜੈਂਸ ਦਾ ਦਫ਼ਤਰ ਹੈ ਇੱਥੇ, ਸਟੇਟ ਹੈੱਡਕੁਆਟਰ ਹੈ, ਇਸੇ ਦੇ ਨਾਲ ਲੱਗਦੇ ਸੈਕਟਰ ਦੇ ਵਿੱਚ, ਇਸੇ ਦੇ ਨਾਲ ਦੂਸਰੇ ਸੈਕਟਰ ਦੇ ਵਿੱਚ ਕੋਰਟ ਕੰਪਲੈਕਸ ਵੀ ਹੈ।